ऑक्सफोर्ड आइलैट्स एंड एजुकेशनल इंस्टीट्यूट जो कि ऑपोजिट ਪੈਟਰੋਲ ਪੰਪ ਪੱਖੋਵਾਲ ਵਿਖੇ ਸਥਿਤ ਹੈ। ਇਹ ਇੰਸਟੀਚਿਊਟ ਬੱਚਿਆਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਇੱਥੇ ਆਈਲੈਟਸ, ਸਪੋਕਨ ਇੰਗਲਿਸ਼, ਕੰਪਿਊਟਰ ਕੋਰਸ, ਐਂਟਰੈਂਸ ਟੈਸਟ ਅਤੇ ਹੋਰ ਵੱਖ-ਵੱਖ ਤਰੀਕੇ ਦੇ ਕੋਰਸ ਕਰਵਾਏ ਜਾਂਦੇ ਹਨ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਗਾਈਡ ਕਰਨ ਲਈ ਤਿਆਰ ਰਹਿੰਦਾ ਹੈ। ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤਾਂ ਆਕਸਫੋਰਡ ਆਈਲੈਟਸ ਇੰਸਟੀਚਿਊਟ ਨਾਲ ਜ਼ਰੂਰ ਸੰਪਰਕ ਕਰੋ। ਸਾਡੀ ਪੰਜਾਬ ਪ੍ਰੈਸ ਦੀ ਟੀਮ ਨੇ ਇਸ ਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ ਤੇ। दर्शकों एनजीआई प्रदेश प्रोग्राम ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਐਸੀ ਇੰਸਟੀਟਿਊਸ਼ਨ ਦੇ ਵਿੱਚ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ। 2016 ਤੋਂ ਆਕਸਫੋਰਡ ਇੰਸਟੀਚਿਊਟ ਜਿਹੜੀ ਪੱਖੋਵਾਲ ਵਿਖੇ ਸਥਿਤ ਹੈ। ਔਰ ਵੀਰ ਜੀ ਜਿਨ੍ਹਾਂ ਨੇ ਰਾਤ ਦਿਨ ਦੀ ਪਰਵਾਹ ਕੀਤੇ ਬਿਨਾਂ ਹਮੇਸ਼ਾ ਲੇਬਰ ਕੀਤੀ ਹੈਗੀ ਹੈ ਇਸ ਇੰਸਟੀਟਿਊਸ਼ਨ ਨੂੰ ਚਲਾਉਣ ਦੇ ਲਈ। ਆਪ ਖੁਦ ਜਿਹੜਾ ਹੈਗਾ 24 ਆਵਰ ਔਨ ਦੀ ਕਲੌਕ ਇਹਨਾਂ ਨੇ ਮਿਹਨਤ ਕੀਤੀ। ਔਰ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਵੀ ਇਹਨਾਂ ਨੇ ਆਨਲਾਈਨ ਸਟੱਡੀਜ਼ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਨੂੰ ਨਾਲ ਅਟੈਚ ਰੱਖਿਆ। ਸਰ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਵੀਰ ਜੀ ਗੱਲ ਕਰੀਏ ਇੱਕ ਐਸੇ ਨੈਟਵਰਕ ਦੀ ਜਿਹੜਾ ਕਿ ਆਈਲੈਟਸ ਦਾ ਦਿੰਦਾ, ਉਹਦੇ ਨਾਲ ਨਾਲ ਸਟੱਡੀ ਵੀਜ਼ਾ ਦੀ ਗੱਲ ਕਰ ਲਈਏ ਔਰ ਸਟੱਡੀ ਵੀਜ਼ਾ ਦੇ ਲਈ ਵੀ ਵਧੀਆ ਵਧੀਆ ਕਾਲਜਿਸ ਚੂਜ਼ ਕਰਕੇ ਬੱਚਿਆਂ ਨੂੰ ਨਾਲ ਅਟੈਚ ਕਰਦਾ ਹੈਗਾ। ਕੀ ਕਹਿਣਾ ਚਾਹੋਗੇ? ਜੀ ਦੇਖੋ ਹੁਣ ਕੋਵਿਡ ਕਰਕੇ ਥੋੜਾ ਇਫੈਕਟ ਹੋਇਆ ਵਾ। ਇਹ ਕਾਫੀ ਜ਼ਿਆਦਾ ਤੁਹਾਨੂੰ ਵੀ ਪਤਾ ਵਾ ਜਿੰਨਾ ਸਟੂਡੈਂਟ ਵੀਜ਼ਾ ਸੀਗਾ ਇਹ ਸਾਰਾ ਰੁਕਿਆ ਹੋਇਆ ਸੀਗਾ। ਕੈਨੇਡਾ ਦਾ ਤਾਂ ਜ਼ਿਆਦਾ ਹੀ ਬਿਲਕੁਲ ਹੀ ਇਹਨਾਂ ਨੇ ਬਲੌਕ ਕੀਤਾ ਹੋਇਆ ਸੀਗਾ। ਬਟ ਹੁਣ ਰੀਸੈਂਟਲੀ ਦੌਰਾ ਖੁੱਲ੍ਹ ਰਿਹਾ ਵਾ ਕਿਉਂਕਿ ਕੋਵਿਡ ਦਾ ਅਸਰ ਤਾਂ ਹਜੇ ਚਲੋ ਸਾਰੇ ਮੁਲਕ ਦੇ ਵਿੱਚੋਂ ਸੰਸਾਰ 'ਚੋਂ ਨਹੀਂ ਗਿਆ, ਪਰ ਇਫੈਕਟ ਜ਼ਰੂਰ ਹੋਇਆ ਵਾ। ਬੱਚੇ ਪਜ਼ਲ ਨੇ, ਬੱਚੇ ਮੋਟੀਵੇਟ ਹੋਏ ਨੇ, ਉਹਨਾਂ ਨੂੰ ਮੋਟੀਵੇਸ਼ਨ ਦੀ ਲੋੜ ਆ। ਕਾਫੀ ਕਰਦੇ ਆ ਵੈਸੇ। ਇੱਕ ਫਿਲਹਾਲ ਮੈਂ ਇੱਕ ਬੜੀ ਵਧੀਆ ਗੱਲ ਦੱਸਾਂ ਕਿ ਕੱਲ੍ਹ ਸਾਡਾ ਵੀਜ਼ਾ ਹੀ ਆਇਆ ਵਾ, ਕੈਨੇਡਾ ਦਾ ਵੀਜ਼ਾ ਆਉਣ ਲੱਗ ਗਏ ਨੇ। ਅਤੇ ਇਸ ਤਰ੍ਹਾਂ ਦਾ ਹੀ ਆ ਇੱਕ। ਬਾਕੀ ਤੁਸੀਂ ਆਪ ਦੇਖ ਲਓ ਜਿੰਨੇ ਇਹਨਾਂ ਨੇ ਆਨਲਾਈਨ ਕੋਰਸਿਸ ਸ਼ੁਰੂ ਕੀਤੇ ਸੀਗੇ ਉਹ ਅਲੱਗ-ਅਲੱਗ ਡਿਪੈਂਡ ਕਰਦਾ ਸੀ। ਬਹੁਤ ਲੋਕਾਂ ਨੇ ਤਾਂ ਬੱਚਿਆਂ ਨੂੰ ਮੋਟੀਵੇਟ ਕਰਕੇ ਆਨਲਾਈਨ ਕੋਰਸਿਸ ਕਰਾਏ ਨੇ, ਬਟ ਮੈਂ ਉਹਦੇ ਹੱਕ 'ਚ ਨਹੀਂ ਸੀ। ਮੈਂ ਉਹਦੇ ਸਟੂਡੈਂਟਸ ਨੂੰ ਜ਼ਰੂਰ ਰੋਕਿਆ ਸੀਗਾ ਕਿਉਂਕਿ ਆਨਲਾਈਨ ਕੋਰਸ ਦੇ ਨਾਲ ਫੀਸਿਸ ਵਗੈਰਾ ਡਿਡਕਟ ਹੋਣ ਦਾ, ਹੋਰ ਇਸ ਟਾਈਪ ਦਾ ਬੱਚਿਆਂ ਦਾ ਨੁਕਸਾਨ ਹੋਣ ਦਾ ਡਰ ਸੀ। ਅਤੇ ਸਾਡਾ ਬੈਟਰ ਵੀ ਰਿਹਾ ਜੇ ਅਸੀਂ ਰੋਕਿਆ ਸੀ ਤਾਂ ਵੀਜ਼ਾ ਵੀ ਆ ਗਿਆ ਬੱਚੇ ਦਾ। ਵੀਰ ਜੀ ਗੱਲ ਕਰ ਲਈਏ ਆਪਾਂ ਆਈਲੈਟਸ ਦੀ ਗੱਲ ਕਰ ਲਈਏ ਜਿੱਥੇ ਤੁਸੀਂ ਨੈਟਵਰਕ ਬੱਚਿਆਂ ਨੂੰ ਦਿੰਦੇ ਹੋ। ਤੁਹਾਡਾ ਲੰਬਾ ਐਕਸਪੀਰੀਅੰਸ ਔਰ ਖੁਦ ਤੁਸੀਂ ਐਜੂਕੇਸ਼ਨਿਸਟ ਹੋ ਔਰ ਖੁਦ ਜਿਹੜਾ ਹੈਗਾ ਆਪ ਵੀ ਨਾਲ ਕਲਾਸਿਸ ਦੇ ਵਿੱਚ ਸੇਵਾ ਕਰਦੇ ਹੋ, ਕਲਾਸਿਸ ਲੈਂਦੇ ਹੋ, ਟੀਚਰਸ ਨੂੰ ਮੋਟੀਵੇਟ ਕਰਦੇ ਹੋ। ਕਿਵੇਂ ਲੱਗਦਾ ਤੁਹਾਨੂੰ ਕਿ 4 ਸਾਲ ਪਹਿਲਾਂ ਦਾ ਜਿਹੜਾ ਸਿਨੈਰੀਓ ਸੀਗਾ ਅੱਜ ਦਾ ਸਿਨੈਰੀਓ, ਅੱਜ ਦੇ ਸਿਨੈਰੀਓ ਦੇ ਵਿੱਚ ਸਾਰੇ ਦੇਸ਼ ਜਿਹੜੇ ਹੈਗੇ ਆ ਉਹ ਇਸ਼ਕ ਨੇ ਕਿ ਸਾਡੇ ਦੇਸ਼ ਨੂੰ ਲੋਕ ਵਿਜ਼ਿਟ ਕਰਨ। ਵੀਜ਼ਾ ਜਿਹੜੇ ਹੈਗੇ ਆ ਉਹ ਆਸਾਨ ਹੋ ਗਏ ਨੇ ਅੱਗੇ ਨਾਲੋਂ। ਔਰ ਉਹਦੇ ਨਾਲ ਨਾਲ ਅਗਰ ਆਪਾਂ ਗੱਲ ਕਰੀਏ ਤੁਹਾਡੀ ਗੱਲ, ਤੁਸੀਂ ਫਾਈਲਿੰਗ ਇੰਨੀ ਕਰ ਚੁੱਕੇ ਹੋ ਕਿ ਹੁਣ ਤੁਹਾਨੂੰ ਮਤਲਬ ਜਿਹੜਾ ਇਹ ਚੀਜ਼ ਵੀ ਈਜ਼ੀ ਲੱਗਣ ਲੱਗ ਗਈ। ਇੰਟਰਵਿਊਜ਼ ਦੇ ਵਿੱਚ ਬੱਚਿਆਂ ਨੇ ਕਿਵੇਂ ਕਰਨਾ, ਜਿਹੜੀਆਂ ਪ੍ਰੋਬਲਮ 4 ਸਾਲਾਂ 'ਚ ਲੋਕਾਂ ਨੇ ਫੇਸ ਕੀਤੀਆਂ ਉਹ ਤੁਹਾਡਾ ਐਕਸਪੀਰੀਅੰਸ ਬਣ ਕੇ ਅੱਗੇ ਆ ਗਿਆ। ਬਿਲਕੁਲ ਇਹ ਤਾਂ ਜੀ ਅਸਰ ਪੈਂਦਾ ਹੀ ਹੁੰਦਾ। ਇਸ ਚੀਜ਼ ਦਾ ਫਾਇਦਾ ਤਾਂ ਜਿਵੇਂ ਜਿਵੇਂ ਤਜਰਬਾ ਵੱਧਦਾ ਵਾ ਉਹਦਾ ਮਿਲਦਾ ਹੀ ਹੁੰਦਾ ਵਾ। ਅਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਕਾਫੀ ਰੁਝਾਨ ਇਹਦਾ ਵੱਧ ਗਿਆ ਵਾ, ਇਹ ਇੱਕ ਤਰ੍ਹਾਂ ਦਾ ਉਹ ਮੁਲਕਾਂ ਲਈ ਵੀ ਇੱਕ ਬਿਜ਼ਨਸ ਬਣ ਗਿਆ ਵਾ ਅਤੇ ਜਿਹਦਾ ਆਪਣਾ ਮੁਲਕ ਖਾਸ ਕਰ ਏਸ਼ੀਆ ਸਾਈਡ ਦੀਆਂ ਕੰਟਰੀਜ਼ ਫਾਇਦਾ ਚੱਕ ਰਹੀਆਂ ਨੇ ਕਿਉਂਕਿ ਆਪਣੇ ਲੋਕਾਂ 'ਚ ਕਰੇਜ਼ ਆ। ਅਤੇ ਉਹਦੇ ਕਾਰਨ ਚਾਹੇ ਬਹੁਤ ਤਰ੍ਹਾਂ ਦੇ ਕਾਰਨ ਨੇ ਕਿ ਇੰਡੀਆ ਦੇ ਵਿੱਚ ਸਿਸਟਮ ਆਪਣੇ ਗਲਤ ਨੇ ਜਾਂ ਸਰਕਾਰਾਂ ਦੇ ਧਿਆਨ ਨਹੀਂ ਗਾ ਲੋਕਾਂ ਦੀਆਂ ਫੈਸਿਲਿਟੀਜ਼ ਵੱਲ, ਇਹੋ ਜਿਹੀਆਂ ਕੁਛ ਕਾਰਨ ਹੈਗੇ ਨੇ, ਕਾਫੀ ਨੇ। ਉਹ ਇੱਕ ਅਲੱਗ ਮੁੱਦਾ ਵਾ। ਉਹਦੇ ਕਰਕੇ ਕੰਟਰੀਜ਼ ਨੇ ਖੋਲ੍ਹਿਆ ਹੋਇਆ ਜੀ। ਹੁਣ ਆਸਟ੍ਰੇਲੀਆ ਦੇਖੋ, ਪਹਿਲਾਂ ਆਸਟ੍ਰੇਲੀਆ ਨੇ 98, 97 'ਚ ਬਹੁਤ ਉਹਨਾਂ ਨੇ ਵੀਜ਼ੇ ਖੋਲ੍ਹੇ, ਫਿਰ ਉਹਨਾਂ ਨੇ ਸਖਤੀ ਕਰਤੀ ਸੀ। ਹੁਣ ਦੁਬਾਰਾ ਆਸਟ੍ਰੇਲੀਆ ਦਾ ਬਹੁਤ ਵੀਜ਼ੇ ਲੱਗ ਰਹੇ ਨੇ। ਹੁਣ ਉਹਨਾਂ ਨੇ ਕਾਫੀ ਜ਼ਿਆਦਾ ਰਿਲੈਕਸੇਸ਼ਨ ਦਿੱਤੀ ਆ। ਕੈਨੇਡਾ ਜ਼ਰੂਰ ਹੁਣ ਦੁਬਾਰਾ ਨਵੇਂ ਸਿਰੋਂ ਸ਼ੁਰੂ ਹੋਊਗਾ ਅਤੇ ਬੱਚੇ ਤਾਂ ਹੀ ਪਜ਼ਲ ਹੋਏ ਸੀ ਇਸੇ ਕਰਕੇ ਬੱਚਿਆਂ ਨੂੰ ਹੁਣ ਆਪਣੇ ਤਾਂ ਕਿਉਂਕਿ ਹਰ ਕਾਲਜਸ ਖਾਲੀ ਹੋਏ ਪਏ ਨੇ, ਆਈਲੈਟ ਸੈਂਟਰ ਦੇ ਵਿੱਚ ਰਸ਼ ਪਏ ਹੋਏ ਨੇ। ਚਾਹੇ ਉਹਦਾ ਗਲਤ ਅਸਰ ਵੀ ਪੈ ਰਿਹਾ ਵਾ ਕਿ ਇੰਨੇ ਹਰ ਮੋੜ 'ਤੇ ਆਈਲੈਟ ਸੈਂਟਰ ਹੋ ਰਹੇ ਨੇ ਅਤੇ ਕੁਆਲਿਟੀ ਥੋੜ੍ਹੀ ਮੇਨਟੇਨ ਕਰਨੀ ਮੁਸ਼ਕਿਲ ਹੋਈ ਆ। ਪਰ ਫਿਰ ਵੀ ਬਹੁਤ ਵਧੀਆ ਆਈਲੈਟ ਸੈਂਟਰ ਨੇ ਜਿਹੜੇ ਵਰਕ ਵਧੀਆ ਕਰ ਰਹੇ ਨੇ, ਬੱਚਿਆਂ ਨੂੰ ਚੰਗੀ ਸਟੱਡੀਜ਼ ਦੇ ਰਹੇ ਨੇ ਅਤੇ ਬੱਚਿਆਂ ਨੂੰ ਉਹਦਾ ਬੈਨੀਫਿਟ ਮਿਲਦਾ ਨੈਚੁਰਲੀ। ਸਰ ਆਕਸਫੋਰਡ ਇੰਸਟੀਚਿਊਟ ਜਿਹਦੇ 'ਚ ਚਾਰੇ ਮੋਡਿਊਲਸ ਦੇ ਨਾਲ ਨਾਲ ਤੁਸੀਂ ਪਰਸਨੈਲਿਟੀ ਡਿਵੈਲਪਮੈਂਟ, ਉਹਨਾਂ ਦੇ ਮੈਂਟਲ ਐਟੀਟਿਊਡ ਨੂੰ ਵਧਾਉਣਾ, ਉਹਨਾਂ ਨੂੰ ਜਨਰਲ ਨੌਲੇਜ ਵੱਲ ਲੈ ਕੇ ਜਾਣਾ। ਕੀ ਕਹਿਣਾ ਚਾਹੋਗੇ ਕਿ ਇਕੱਲਾ ਇੱਥੇ ਰੀਡਿੰਗ, ਰਾਈਟਿੰਗ ਅਤੇ ਹੋਰ ਜਿਹੜੇ ਮੋਡਿਊਲਸ ਹੀ ਨਹੀਂ, ਉਹਦੇ ਨਾਲ ਨਾਲ ਉਹਨਾਂ ਦੀ ਬੋਡੀ ਲੈਂਗੁਏਜ, ਉਹਨਾਂ ਦਾ ਮਾਈਂਡ ਸੈਟਅਪ, ਉਹਨਾਂ ਨੇ ਇੰਟਰਵਿਊਜ਼ ਕਿੱਦਾਂ ਆਪਣੇ ਆਪ ਨੂੰ ਪਰਿਪੱਕ ਕਰਨਾ? ਦੇਖੋ ਗਰਗ ਸਾਹਿਬ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਆਪਣੇ ਸਟੂਡੈਂਟ ਨੂੰ ਅਸੀਂ ਇਸ ਨਿਗਾਹ ਨਾਲ ਦੇਖਦੇ ਹਾਂ ਕਿ ਇਹਨੇ ਇੱਕ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਵਾ। ਉਸ ਬੱਚੇ ਨੇ ਉਹਨਾਂ ਕੰਟਰੀਜ਼ ਦੇ ਜਿਹੜੀਆਂ ਤਰੱਕੀ ਕਰ ਚੁੱਕੀਆਂ ਨੇ ਕੰਟਰੀਜ਼, ਡਿਵੈਲਪ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਨਾਲ ਕੰਪੀਟ ਕਰਨਾ।
ਤੇ ਤਾਂ ਹੀ ਮੈਂ ਗੱਲ ਕਰ ਰਿਹਾ ਕਿ ਜੋ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਇੰਨੇ ਕੁ ਜ਼ਿਆਦਾ ਸੈਂਟਰ ਖੁੱਲ੍ਹਣ ਕਰਕੇ ਕੁਆਲਿਟੀ ਉਹਦੀ ਘਟੀ ਜਾਂਦੀ ਹੈ। ਉਹ ਜਸਟ ਇੱਕ 6 ਬੈਂਡ ਦਵਾਉਣ ਦੀ ਮਕਸਦ ਨਾਲ ਲੋਕ ਪੜ੍ਹਾ ਰਹੇ ਨੇ ਤੇ ਆਪਣੇ ਲੋਕ ਪੜ੍ਹ ਵੀ ਉਮੇ ਰਹੇ ਨੇ। ਜਦੋਂ ਕਿ 6 ਬੈਂਡ ਕੀ ਨੇ, 6 ਬੈਂਡ ਪਾਸਿੰਗ ਮਾਰਕਸ ਨੇ। ਜਿਵੇਂ ਆਪਾਂ ਜਦੋਂ ਆਮ ਆਪਾਂ ਪੜ੍ਹਦੇ ਹਾਂ ਫਸਟ ਸੈਕੰਡ ਤੋਂ ਲੈ ਕੇ 10th 12th ਤੱਕ ਪੜ੍ਹਦੇ ਹਾਂ ਤਾਂ 33 ਮਾਰਕਸ ਪਾਸਿੰਗ ਮਾਰਕਸ ਹੁੰਦੇ ਨੇ ਸਕੂਲਾਂ ਦੇ ਵਿੱਚ ਆਪਣੇ। ਉਹਨਾਂ ਦੇ ਸੇਮ ਉਹੀ ਚੀਜ਼ 6 ਬੈਂਡ ਦਾ ਇੱਕ ਕ੍ਰਾਈਟੇਰੀਆ ਵਾ ਕਿ 6 ਬੈਂਡ ਮਿਨੀਮਮ ਤੁਹਾਡੇ ਹੋਣੇ ਚਾਹੀਦੇ ਨੇ ਤਾਂ ਤੁਸੀਂ ਇਸ ਸਾਡੀ ਕੰਟਰੀ ਦੇ ਵਿੱਚ ਆ ਸਕਦੇ ਹੋ। ਉਹਨਾਂ ਦੇ ਜੋ ਪ੍ਰੋਗਰਾਮ ਸੈੱਟ ਕੀਤੇ ਹੋਏ ਨੇ। ਮੈਂ ਪਹਿਲਾਂ ਬੱਚਿਆਂ ਨੂੰ ਮੋਟੀਵੇਟ ਇਹ ਕਰਦਾ ਹੁੰਦਾ ਕਿ 6 ਬੈਂਡ ਨੂੰ ਪਾਸਿੰਗ ਮਾਰਕਸ ਨੇ, 6 ਬੈਂਡ ਤੇ ਨਾ ਤੁਸੀਂ ਆਪਦਾ 7-8 ਬੈਂਡ ਦਾ ਅਚੀਵ ਕਰਨ ਦਾ ਟਾਰਗੇਟ ਲੈ ਕੇ ਚੱਲੋ। ਤੇ ਨਾਲ ਦੀ ਨਾਲ ਬਾਕੀ ਰਿਜ਼ਲਟ ਵੀ ਆ ਰਹੇ ਨੇ। ਕੋਈ ਇਹ ਨਹੀਂਗਾ ਕਿ ਮੈਂ ਬੱਚਿਆਂ ਨੂੰ ਪ੍ਰਾਊਡ ਹੁੰਦਾ ਵਾ ਕਿ ਆਪਦੇ ਟੀਚਰਸ ਦੇ ਉੱਤੇ ਹੁੰਦਾ ਤੇ ਸਟੂਡੈਂਟਸ ਦੇ ਉੱਤੇ ਹੁੰਦਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਵਧੀਆ ਬੈਂਡ ਲੈਂਦੇ ਨੇ। ਤੇ ਪਰ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਪਰਸੈਂਟੇਜ ਡਿਵੈਲਪਮੈਂਟ ਦੀ ਕੀਤੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਬੱਚਿਆਂ ਨੇ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਡਿਵੈਲਪਡ ਕੰਟਰੀਜ਼ ਦੇ ਉਹਨਾਂ ਦੇ ਬੜੇ ਕੰਪੀਟੀਟਿਵ ਲੋਕ ਨੇ ਜਿਨ੍ਹਾਂ ਦੇ ਨਾਲ ਜਾ ਕੇ ਉਹਨਾਂ ਨੇ ਕੰਪੀਟ ਕਰਨਾ ਹੁੰਦਾ ਤੇ ਉਹਦਾ ਉਹਨਾਂ ਨੂੰ ਬੈਨੀਫਿਟ ਮਿਲਦਾ। ਜੇ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸਿਸ ਲਾਉਣੇ ਆ, ਉਹਨਾਂ ਨੂੰ ਐਡੀਕੇਟ ਸਿਖਾਉਣੇ ਆ ਬੱਚਿਆਂ ਨੂੰ ਕਿਉਂਕਿ ਪੰਜਾਬ ਬੋਰਡ ਦੇ ਪੜ੍ਹੇ ਹੋਏ ਬੱਚੇ ਥੋੜ੍ਹੇ ਆਪਣੇ ਪੜ੍ਹਾਈ ਦਾ ਸਤਰ ਤੁਹਾਨੂੰ ਤੁਸੀਂ ਸਾਰੇ ਲੋਕ ਆਪਾਂ ਵਾਕਫ ਹਾਂ। ਉਹਦੇ ਕਰਕੇ ਉਹਨਾਂ ਨੂੰ ਲੋੜ ਹੁੰਦੀ ਆ ਕਿ ਉਹਨਾਂ ਨੂੰ ਬੇਸਿਕ ਇੰਗਲਿਸ਼ ਤੋਂ ਲੈ ਕੇ ਤੇ ਉਹਨਾਂ ਨੂੰ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵੀ ਗੁਣ ਦੇ ਕੇ ਭੇਜਿਆ ਜਾਵੇ। ਵੀਰ ਜੀ ਕੀ ਤੁਹਾਡਾ ਮੈਸੇਜ ਰਹੂਗਾ? ਅੱਜ ਬੱਚੇ ਜਿਹੜੇ ਹੈਗੇ ਆ ਉਹ ਹਰ ਇੱਕ ਬੱਚਾ ਜਿਹੜਾ ਹੈਗਾ ਉਹ ਬਾਹਰ ਨੂੰ ਫਿਰਦਾ ਔਰ ਉਹਦਾ ਮਨ ਹੈਗਾ ਕਿ ਮੈਂ ਵਧੀਆ ਆਈਲੈਟਸ ਇੰਸਟੀਚਿਊਟ 'ਚ ਕਿਸੇ 'ਚ ਕਰਾਂ। ਕੀ ਤੁਹਾਡਾ ਮਨ ਹੈ ਕਿ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਹੁਣ ਫਾਰਵਰਡ ਹੋਣਾ ਚਾਹੀਦਾ? ਕਿਉਂਕਿ ਹਰ ਘਰ ਦੇ ਵਿੱਚ ਹਰ ਪੇਰੈਂਟ ਜਿਹੜੇ ਹੈਗੇ ਆ ਹੁਣ ਉਹ ਅਵੇਅਰ ਹੋ ਚੁੱਕੇ ਆ, ਆਨਲਾਈਨ ਬਹੁਤ ਚੀਜ਼ਾਂ ਆ ਚੁੱਕੀਆਂ ਔਰ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਜਿਹੜੇ ਹਮੇਸ਼ਾ ਲੋਕਾਂ ਨੂੰ ਕਾਉਂਸਲ ਕਰਦੇ ਨੇ ਵੀ ਕਿਵੇਂ ਤੁਸੀਂ ਬਾਹਰ ਜਾ ਸਕਦੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਜ਼ਰੂਰ ਬੱਚਿਆਂ ਨੂੰ ਇਸ ਮੌਕੇ ਦਾ ਫਾਇਦਾ ਚੱਕਣਾ ਚਾਹੀਦਾ। ਬੜੇ ਇਹਦਾ ਆਪਣੇ ਸਾਹਮਣੇ ਐਗਜ਼ਾਮਪਲਸ ਬਹੁਤ ਐਗਜ਼ਾਮਪਲਸ ਨੇ। ਬੜੇ ਸਿੰਪਲ ਘਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਹੀ ਸਿੰਪਲ ਜ਼ਿੰਦਗੀ ਬਤੀਤ ਕਰ ਰਹੇ ਸੀ ਤੇ ਉਹ ਲੋਕਾਂ ਦੇ ਘਰਾਂ ਦੇ ਨਕਸ਼ੇ ਚੇਂਜ ਹੋ ਗਏ ਬੱਚਿਆਂ ਦੇ ਬਦੌਲਤ। ਜਿਹੜੇ ਕੁੜੀਆਂ ਨੂੰ ਲੋਕਾਂ ਨੇ ਆਪਣੇ ਸਮਾਜ ਦੇ ਵਿੱਚ ਸੀਗਾ ਕਿ ਕੁੜੀ ਨੂੰ ਬਚਾਉਣ ਲਈ ਆਪਾਂ ਨੂੰ ਮੁਹਿੰਮ ਲੜਨੀਆਂ ਪੈ ਰਹੀਆਂ ਸੀਗੀਆਂ ਤੇ ਉਹਨਾਂ ਕੁੜੀਆਂ ਨੇ ਘਰਾਂ ਦੇ ਨਕਸ਼ੇ ਚੇਂਜ ਕਰਤੇ। ਉਹਨਾਂ ਨੇ ਮਾਂ ਪਿਓ ਦਾ ਹੱਥ ਜਹਾਜ਼ ਦੀ ਬਾਰੀ ਨੂੰ ਪਵਾਤਾ। ਇਹ ਚੀਜ਼ਾਂ ਦਾ ਬੈਨੀਫਿਟ ਹੁਣ ਹੋਰ ਵੀ ਬੱਚਿਆਂ ਨੂੰ ਲੈਣਾ ਚਾਹੀਦਾ ਕਿਉਂਕਿ ਇੱਥੇ ਕੱਲ੍ਹ ਨੂੰ ਫਿਊਚਰ ਦੇਖੋ। ਮੇਰਾ ਖੁਦ ਇੱਕ ਪੇਰੈਂਟ ਆ, ਮੇਰੀ ਬੇਟੀ ਨੂੰ 2 ਸਾਲ ਹੋ ਚੁੱਕੇ ਨੇ, ਡਿਗਰੀ ਕਰ ਰਹੀ ਹੈ ਕੈਨੇਡਾ, ਮੈਂ ਭੇਜ ਚੁੱਕਾ ਯੂਨੀਵਰਸਿਟੀ 'ਚ ਉਹਨੂੰ। ਮੈਂ ਇਹੀ ਕਹਿਣਾ ਚਾਹੁੰਦਾ ਬੱਚਿਆਂ ਨੂੰ ਕਿ ਜਾਓ ਬਟ ਥੋੜਾ ਚੰਗੀ ਕਾਉਂਸਲਿੰਗ ਕਰਕੇ ਚੰਗੀ ਜਗ੍ਹਾ ਦੇ ਉੱਤੇ ਚੰਗੇ ਕਾਲਜ ਦੇ ਵਿੱਚ ਚੰਗੇ ਕੋਰਸਿਸ ਨੂੰ ਜੋ ਤੁਹਾਡੀ ਲਾਈਫ ਦੇ ਵਿੱਚ ਅੱਗੇ ਕੰਮ ਆਉਣ। ਇਕੱਲਾ ਇੱਕ ਪਹੁੰਚਣ ਦਾ ਜ਼ਰੀਆ ਨਾ ਬਣਾਓ ਇਹਨੂੰ ਕਿ ਮੈਂ ਪਹੁੰਚਣਾ ਵਾ। ਪਹੁੰਚ ਕੇ ਆਮ ਤੌਰ ਤੇ ਜੋ ਲੋਕ ਕਾਉਂਸਲ ਵੀ ਥੋੜਾ ਗਲਤ ਕਰਦੇ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਕਿ ਲੋਕਾਂ ਦੇ ਫਿਊਚਰ ਨਾਲ ਨਾ ਖੇਡੋ। ਲੋਕਾਂ ਨੂੰ ਕਈ ਵਾਰੀ ਸਿਰਫ ਪਹੁੰਚਣ ਤੱਕ ਹੁੰਦਾ। ਆਪਣੇ ਲੋਕ ਐਡੇ ਭੋਲੇ ਨੇ, ਉਹਨਾਂ ਨੂੰ ਹੁੰਦਾ ਕਿ ਜੇ ਪਹੁੰਚਾ ਦਿਓ ਤਾਂ ਉਹਦਾ ਸਾਈਡ ਇਫੈਕਟ ਬਹੁਤ ਨਿਕਲਦਾ। ਉੱਥੇ ਜਾ ਕੇ ਬੱਚੇ ਆਪਣੇ ਰੁਲਦੇ ਨੇ। ਬਹੁਤ ਲੋਕਾਂ ਨੂੰ ਵਰਕ ਪਰਮਿਟ ਦਾ ਨਹੀਂ ਪਤਾ ਹੁੰਦਾ, ਵਰਕ ਪਰਮਿਟ ਤੋਂ ਬਿਨਾਂ ਭੇਜ ਦਿੱਤਾ ਜਾਂਦਾ। ਮਾਂ ਪਿਓ ਨੇ ਕਰਜ਼ੇ ਲੈ ਕੇ ਫੀਸਾਂ ਭਰੀਆਂ ਹੁੰਦੀਆਂ ਨੇ, ਬਹੁਤ ਚੀਜ਼ਾਂ ਨੇ। ਇਹ ਚੀਜ਼ਾਂ ਉੱਤੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਸਾਰੇ ਲੋਕਾਂ ਨੂੰ ਆਪਾਂ ਨੂੰ ਮਿਲ ਕੇ ਤੇ ਬਹੁਤ ਵਧੀਆ ਚੀਜ਼ ਹੈ ਜੀ। ਤੁਸੀਂ ਤਾਂ ਇੱਕ ਪੂਰੀ ਇੰਸਟੀਟਿਊਸ਼ਨ ਹੋ, ਇਸ ਡਾਟਾ ਦੇ ਵਿੱਚ ਤੁਹਾਡੇ ਕੋਲ ਬਹੁਤ ਲੰਬੇ ਡਾਟਾਸ ਨੇ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ ਜੀ। ਤੁਹਾਡਾ ਵੀ ਆਉਣ ਤੇ ਜੀ ਆਇਆਂ ਨੂੰ। ਖੁਸ਼ੀ ਹੋਈ ਜਦੋਂ ਇਹ ਜਦੋਂ ਇਹ ਖੁਸ਼ਬੂ ਜਿਹੜੀ ਆ ਘਰ 'ਚ ਆਈ ਔਰ ਉਸ ਦੇ ਨਾਲ ਐਡਾ ਵੱਡਾ ਜਿਹੜਾ ਹੈਗਾ ਘਰ ਨੂੰ ਸਾਰੇ ਨੂੰ ਪਿੰਡ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਅੱਜ ਕੈਨੇਡਾ ਦੇ ਵਿੱਚ ਵੀਜ਼ਾ ਆਉਣ ਦੇ ਉੱਤੇ ਕੀ ਕਹਿਣਾ ਚਾਹੋ? ਮੈਂ ਕਹਿਣਾ ਕੀ ਚਾਹਾਂਗਾ ਜੀ, ਮੈਂ ਨਾ ਆਕਸਫੋਰਡ ਦੀਆਂ ਮਹਾਰਾਜ ਜਾਣੀ ਇਹਨੇ ਜੜ੍ਹਾਂ ਬਹੁਤ ਡੂੰਘੀਆਂ ਹੋਣ। ਇਹਦਾ ਗੱਲ ਹੈ ਕਿ ਮੈਨੂੰ ਇੰਨੀ ਖੁਸ਼ੀ ਹੋਈ ਆ ਵੀ ਜਾਣੀ ਇਹਨਾਂ ਮੇਰੇ ਪੇਰੀ ਤਾਂ ਬਸ ਮੈਂ ਇੰਨੀ ਗੱਲ। ਕੀ ਕਹਿਣਾ ਚਾਹੋਗੇ? ਕਿੰਨਾ ਕੁ ਰੋਲ ਹੈਗਾ ਆਕਸਫੋਰਡ ਦਾ? ਆਕਸਫੋਰਡ ਦਾ ਬਹੁਤ ਵੱਡਾ ਰੋਲ ਹੈ, ਸਾਰਾ ਆਕਸਫੋਰਡ ਦਾ ਰੋਲ ਹੈ। ਦੇਖੋ ਮੇਰੇ ਮਿੱਤਰ ਕਈ ਮੇਰੇ ਨਾਲ ਨਾਰਾਜ਼ ਹੋ ਗਏ, ਉੱਥੇ ਲਾ ਨਹੀਂ, ਵਿਸ਼ਵਾਸ ਦੀ ਗੱਲ ਹੁੰਦੀ ਹੈ। ਮੈਂ ਇਹਨਾਂ ਦੇ ਵਿਸ਼ਵਾਸ ਕੀਤਾ। ਇਹਨਾਂ ਸਾਨੂੰ ਬਹੁਤ ਵਧੀਆ ਗਾਈਡਲਾਈਨ ਕਰੀ ਇਹਨਾਂ ਨੇ। ਇਹੋ ਜਿਹੀ ਗੱਲ ਨਹੀਂ, ਸਾਨੂੰ ਬਹੁਤ ਵਧੀਆ ਗਾਈਡ ਕੀਤਾ ਇਹਨਾਂ ਨੇ ਤੇ ਅਸੀਂ ਇਹ ਬੇੜੀ 'ਚੋਂ ਪਾਰ। ਬੇਟੇ ਕੀ ਕਹਿਣਾ ਚਾਹੋਗੇ ਜਦੋਂ ਵੀਜ਼ਾ ਆਇਆ ਤੇ ਇੱਕਦਮ ਪੇਰੈਂਟਸ ਵੀ ਜਿਹੜੇ ਖੁਸ਼ ਆ, ਸਾਰੇ ਜਣੇ ਹੁਣ ਮਾਣ ਕਰ ਰਹੇ ਨੇ, ਸਾਰੇ ਕਹਿ ਰਹੇ ਮੇਰੀ ਧੀ ਆ, ਮੇਰੀ ਪੋਤੀ ਆ, ਮੇਰੀ ਮਤਲਬ ਭਾਂਜੀ ਹੈ, ਕਿੰਨੀ ਖੁਸ਼ੀ ਹੋਈ? ਸਰ ਬਹੁਤ ਖੁਸ਼ੀ ਕਿਉਂਕਿ ਬਹੁਤ ਮਿਹਨਤ ਕੀਤੀ ਸੀ ਇਹਦੇ ਪਿੱਛੇ, ਬਹੁਤ ਸਟਰਗਲ ਸੀ ਘਰਦਿਆਂ ਨੇ ਵੀ ਬਹੁਤ। ਔਰ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਜਿਹੜੇ ਅੱਜ ਬੱਚੇ ਪੜ੍ਹ ਰਹੇ ਨੇ ਆਕਸਫੋਰਡ ਦੇ ਵਿੱਚ ਆਉਣ ਦੇ ਉੱਤੇ? ਜਿਵੇਂ ਆਕਸਫੋਰਡ ਮਿਹਨਤ ਕਰਾਉਂਦਾ, ਮਿਹਨਤ ਹਰੇਕ ਬੱਚਾ ਕਰਨਾ ਚਾਹੁੰਦਾ, ਪਰ ਜੋ ਵੇ ਆ, ਜਿਸ ਤਰੀਕੇ ਨਾਲ ਇਹਨਾਂ ਨੇ ਤੁਹਾਨੂੰ ਪੜ੍ਹਾਇਆ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਤੁਹਾਨੂੰ ਗਾਈਡ ਕੀਤਾ, ਜਿੱਦਾਂ ਇੰਟਰਵਿਊ ਦੇ ਵਿੱਚ ਤੁਹਾਡੀ ਇਹਨਾਂ ਨੇ ਹੈਲਪ ਕੀਤੀ, ਕੀ ਕਹਿਣਾ ਚਾਹੋਗੇ?
ਸਰ ਬਹੁਤ ਹੈਲਪਫੁਲ ਰਿਹਾ ਇੱਥੋਂ ਦਾ, ਤੇ ਇਹੀ ਸਾਰਿਆਂ ਨੂੰ ਕਹਿਣਾ ਚਾਹੁੰ ਵੀ ਇੱਥੋਂ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਕੇ ਉਸ ਤੋਂ ਬਾਅਦ ਇੱਥੋਂ ਹੀ ਵੀਜ਼ਾ ਅਪਲਾਈ ਕੀਤਾ ਜਾਵੇ, ਕਿਉਂਕਿ ਸਰ ਹੋਰ ਵੀ ਬਹੁਤ ਸਾਰੇ ਏਜੰਟਸ ਤੋਂ ਇੰਸਟੀਟਿਊਸ਼ਨਸ ਤੋਂ ਪਤਾ ਕੀਤਾ ਸੀਗਾ, ਪਰ ਇੰਨੀ ਵਧੀਆ ਸਲਾਹ ਕਿਸੇ ਇੰਸਟੀਟਿਊਟ ਤੋਂ ਨਹੀਂ ਮਿਲੀ ਸੀ। ਔਰ ਜਿਵੇਂ ਟੀਚਰਸ ਨੇ ਇੱਥੋਂ ਦੇ ਜਿਨ੍ਹਾਂ ਨੇ ਰਾਤ ਦਿਨ ਦੀ ਪ੍ਰਵਾਹ ਕੀਤੇ ਬਿਨਾਂ, ਚਾਹੇ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੋਵੇ, ਚਾਹੇ ਇੰਗਲਿਸ਼ ਸਪੀਕਿੰਗ ਦੀ, ਰੀਡਿੰਗ ਦੀ, ਚਾਰੇ ਮੋਡਿਊਲਸ ਦੀ ਗੱਲ ਹੋਵੇ, ਤਾਂ ਕਿੰਨਾ ਕੁ ਤੁਹਾਨੂੰ ਮਤਲਬ ਇੱਥੇ ਨੈਟਵਰਕ ਦਿੱਤਾ ਇਹਨਾਂ ਨੇ? ਸਰ ਬਹੁਤ ਹੈਲਪਫੁਲ ਸੀਗਾ, ਬਹੁਤ ਫਰੈਸ਼ ਮਟੀਰੀਅਲ ਪ੍ਰੋਵਾਈਡ ਕੀਤਾ ਜਾਂਦਾ ਸੀਗਾ, ਜਿਹਦੇ ਕਰਕੇ ਕਿਉਂਕਿ ਸਰ ਇੱਕ ਵਾਰ ਪਹਿਲਾਂ ਵੀ ਮੈਂ ਪੇਪਰ ਦਿੱਤਾ ਸੀ, ਉਦੋਂ ਇੱਕ ਮੋਡਿਊਲ 'ਚੋਂ ਮੇਰੇ ਲੈਸ ਹੋ ਗਏ ਸੀਗੇ, ਪਰ ਹੁਣ ਬਹੁਤ ਵਧੀਆ ਬੈਂਡ ਰਿਕੁਆਇਰਮੈਂਟਸ। ਔਰ ਜਿਸ ਤਰੀਕੇ ਨਾਲ ਇੱਥੋਂ ਦੇ ਡਾਇਰੈਕਟਰ ਆ ਜਿਹੜੇ ਈਜ਼ੀਲੀ ਅਪਰੋਚੇਬਲ ਹੈ, ਔਰ ਸਟੱਡੀ ਵੀਜ਼ਾ ਦੇ ਲਈ ਜਿੱਦਾਂ ਤੁਹਾਡਾ ਅੱਜ ਕੈਨੇਡਾ ਦਾ ਜਿਹੜਾ ਵੀਜ਼ਾ ਲੱਗਿਆ ਹੈਗਾ, ਉਹਦੇ ਲਈ ਕਿੰਨਾ ਕੁ ਉਹਨਾਂ ਨੇ ਮਤਲਬ ਦਿਨ ਰਾਤ ਤੱਕ ਕੀਤਾ ਤੁਹਾਡੇ ਨਾਲ, ਔਰ ਫਾਈਲਿੰਗ ਦੇ ਵਿੱਚ ਪੂਰੀ ਜਾਨ ਪਾਈ? ਸਰ ਪੂਰਾ ਬਹੁਤ ਥੈਂਕਫੁਲ ਹਾਂ ਸਰ ਦੇ, ਕਿਉਂਕਿ ਜਿੰਨੀ ਵਧੀਆ ਇਹਨਾਂ ਨੇ ਸਾਨੂੰ ਦੱਸਿਆ ਵੀ ਆਹ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੋ, ਉਹਦੇ ਨਾਲ ਰਿਲੇਟਡ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ, ਸਾਰਾ ਕੁਝ ਦੱਸਿਆ ਵੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਸੀ, ਤੇ ਮੈਨੂੰ ਨਹੀਂ ਲੱਗਦਾ ਵੀ ਜੇ ਕਿਤੋਂ ਹੋਰ ਅਪਲਾਈ ਕਰਦੇ ਤਾਂ ਇੰਨੀ ਵਧੀਆ ਇਨਫੋਰਮੇਸ਼ਨ ਮਿਲਦੀ। ਜਾਂ ਤੁਹਾਨੂੰ ਜਦੋਂ ਭੈਣ ਭਰਾ ਹੀ ਬਣ ਗਈ, ਮਤਲਬ ਇੱਕ ਮੁੰਡੇ ਦਾ ਰੂਪ ਹੀ ਧਾਰਨ ਕਰ ਲਿਆ ਜਦੋਂ, ਕਿਉਂਕਿ ਵੀਜ਼ਾ ਲੱਗਣ ਤੋਂ ਬਾਅਦ ਵਿੱਚ ਜਿਹੜਾ ਮਾਈਂਡ ਸੈਟਅਪ ਹੈ ਬੜਾ ਖੁਸ਼ੀ ਵਾਲਾ ਬਣ ਜਾਂਦਾ, ਔਰ ਘਰ 'ਚ ਖੁਸ਼ੀਆਂ ਆ ਗਈਆਂ, ਕੈਨੇਡਾ ਦਾ ਵੀਜ਼ਾ ਲੱਗ ਗਿਆ। ਤੁਸੀਂ ਐਜ਼ ਅ ਬ੍ਰਦਰ ਕੀ ਕਹਿਣਾ ਚਾਹੋ, ਕਿੰਨਾ ਪ੍ਰਾਊਡ ਆ ਭੈਣ? ਬਹੁਤ ਖੁਸ਼ੀ ਹੈ, ਮੈਨੂੰ ਬਹੁਤ ਮਾਣ ਆ ਭੈਣ ਤੇ ਆਕਸਫੋਰਡ ਤੇ ਕਿੰਨਾ ਕੁ ਜਿਨ੍ਹਾਂ ਬਹੁਤ ਆ ਜੀ ਇਹਨਾਂ ਦਾ, ਬਹੁਤ ਇਹਨਾਂ ਨੇ ਕਹਿਣੇ ਤੋਂ ਬਾਹਰ ਗੱਲਾਂ ਨੇ ਵੀ ਆਕਸਫੋਰਡ ਦਾ ਪੂਰਾ ਹਾਂਜੀ program ਹਾਂਜੀ ਪੂਰਾ ਜੀ। ਕਹਿਣੇ ਤੋਂ ਬਾਹਰ ਗੱਲਾਂ ਜੀ। ਸਾਨੂੰ ਆਦੀ ਬੱਚੀ ਤੇ ਹੀ ਮਾਣ ਆ, ਤੇ ਸਾਨੂੰ ਇਹਨਾਂ ਤੇ ਹੀ ਮਾਣ। ਇਹਨਾਂ ਨੇ ਸਾਨੂੰ ਬਹੁਤ ਮਾਣ ਆ, ਇਹਨਾਂ ਨੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ। ਇਹਨਾਂ ਨੇ ਇਹਨੂੰ ਬਹੁਤ ਵਧੀਆ ਗਾਈਡ ਕੀਤਾ ਸਾਡੇ ਬੱਚਿਆਂ ਨੂੰ ਵੀ, ਤੇ ਅਸੀਂ ਤਾਂ ਕਹਿੰਦੇ ਵੀ ਜੋਗ ਇਹਨਾਂ ਦਾ ਕੰਮ ਚੜ੍ਹਦੀ ਕਲਾ। ਜੀ ਜਦੋਂ ਇਹ ਮੀਲ ਪੱਤਰ ਹੋਇਆ ਆਕਸਫੋਰਡ ਵੱਲੋਂ, ਜਿਹੜੀ ਏਡੀ ਵੱਡੀ ਸੇਵਾ ਹੋਈ, ਔਰ ਵੀਰ ਜੀ ਜਿਨ੍ਹਾਂ ਨੇ 2016 ਤੋਂ ਇਸ ਤੇ ਸੇਵਾ ਕਰ ਰਹੇ ਨੇ, ਕਿੰਨੀ ਖੁਸ਼ੀ ਹੋਈ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ, ਦੂਸਰਾ ਸਰ ਦੀ ਮਿਹਨਤ ਅਤੇ ਸਾਡੇ ਸਟਾਫ ਦੀ ਅਣਥੱਕ ਮਿਹਨਤ ਸਦਕਾ ਸਾਨੂੰ ਵਧੀਆ ਹਮੇਸ਼ਾ ਹੀ ਰਿਜ਼ਲਟ ਵਧੀਆ ਮਿਲ ਰਹੇ, ਤੇ ਮੈਂ ਬੱਚੀ ਦੇ ਵਧੀਆ ਭਵਿੱਖ ਦੀ ਵੀ ਕਾਮਨਾ ਕਰਦਾ ਹਾਂ। ਬਾਕੀ ਜੋ ਵੀ ਇੱਥੇ ਬੱਚੇ ਆ ਰਹੇ ਆ, ਅਸੀਂ ਹਰ ਇੱਕ ਛੋਟੀ ਗੱਲ ਤੇ ਧਿਆਨ ਦੇ ਕੇ ਬੱਚੇ ਦੇ ਸਕਿੱਲਸ ਉਭਾਰਨ ਦੀ ਕੋਸ਼ਿਸ਼ ਕਰੀਦੀ ਆ, ਤੇ ਅੱਗੇ ਵੀ ਇਹੀ ਚੀਜ਼ ਚੱਲਦੀ ਰਹੇਗੀ। ਬੇਟਾ ਕਿੱਦਾਂ ਮਹਿਸੂਸ ਕਰ ਰਹੇ ਹੋ ਆਕਸਫੋਰਡ 'ਚ? ਵਧੀਆ ਫੀਲ ਪੜ੍ਹਾਈ ਦੇ ਨਾਲ ਨਾਲ ਹੋਰ ਕੀ ਹੈ ਇੱਥੇ? ਕਾਫੀ ਸਾਰੀ ਫੈਸਿਲਿਟੀਜ਼ ਆ ਪ੍ਰੋਵਾਈਡਿੰਗ। ਬੇਟਾ ਕਿੱਦਾਂ ਲੱਗ ਰਿਹਾ ਇੱਥੇ ਪੜ੍ਹ ਕੇ? ਸਰ ਵਧੀਆ ਫੀਲ ਹੋ ਰਿਹਾ, ਕਾਮਿੰਗ ਇਨਵਾਇਰਨਮੈਂਟ ਹੈ। ਸਿਕਿਉਰਿਟੀ ਦਾ ਕਿੱਦਾਂ ਇੱਥੇ ਦਾ ਅਰੇਂਜਮੈਂਟ ਹੈ? Cameras are installed in every room. ਔਰ ਪੇਰੈਂਟਸ ਖੁਸ਼ ਆ ਪੂਰੇ? Yes. ਬੇਟਾ ਜਿੱਦਾਂ ਅੱਜ ਇਹਨਾਂ ਦੇ ਇੱਕ ਸਟੂਡੈਂਟ ਨੂੰ ਵੀਜ਼ਾ ਲੱਗਿਆ ਕੈਨੇਡਾ ਦਾ, ਔਰ ਉਹ ਲੜਕੀ ਵੀ ਹੇਠਾਂ ਪ੍ਰੈਗਨੈਂਟ ਹੈਗੀ ਆ, ਕਿਵੇਂ ਲੱਗ ਰਿਹਾ ਉਹਦੇ ਨਾਲ? ਤੁਹਾਡੇ ਵੀ ਵਿਟਾਮਿਨਸ ਮਿਲੇ ਆ, ਮਤਲਬ ਲੱਗਦਾ ਵੀ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ, ਯੈਸ ਸਰ, ਅਸੀਂ ਵੀ ਇੱਥੋਂ ਪੜ੍ਹ ਕੇ ਅਸੀਂ ਵੀ ਕਰ ਸਕਾਂਗੇ। ਔਰ ਇਹ ਮੀਲ ਪੱਥਰ ਹੈ ਇਸ ਇੰਸਟੀਟਿਊਸ਼ਨ ਦੇ ਲਈ ਵੀ, ਅੱਜ ਕੋਵਿਡ ਦੇ ਐਕੈਡੈਮਿਕ ਤੋਂ ਬਾਅਦ 'ਚ ਜਿਹੜਾ ਵੀਜ਼ੇ ਲੱਗਣੇ ਆ। ਯੈਸ ਸਰ, ਬਹੁਤ ਵਧੀਆ ਇੰਪਰੂਵਮੈਂਟ ਹੋਈ ਹੈ। ਖੁਸ਼ੀ ਹੁੰਦੀ ਹੈ ਤੇ ਪੜ੍ਹਾਈ ਠੀਕ ਆ? ਪੜ੍ਹਾਈ ਟੀਚਰਸ ਪੂਰੇ ਮੋਟੀਵੇਟਡ ਆ? ਯੈਸ ਸਰ, ਮਿਹਨਤ ਕਰਦੇ ਪੂਰੀ? ਬਾਈ ਕਿਵੇਂ ਲੱਗਦਾ? ਬਹੁਤ ਵਧੀਆ ਲੱਗ ਰਿਹਾ ਸਰ। ਇਕੱਲੀ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ, ਉਹਦੇ ਨਾਲ ਨਾਲ ਇੰਗਲਿਸ਼ ਸਪੀਕਿੰਗ ਥੋੜਾ ਇੰਗਲਿਸ਼ ਨੂੰ ਹੱਥ ਪੈਣ ਲੱਗ ਗਿਆ, ਇੰਪਰੂਵ ਹੋ ਗਈ। ਅੰਗਰੇਜ਼ੀ ਦੇ ਅਖਬਾਰ ਹੋਰ ਜੇ ਦਿਲ ਕਰਦਾ ਪੜ੍ਹੀਏ? ਹਾਂਜੀ ਵੀਰੇ ਤੁਹਾਨੂੰ ਲੱਗਦਾ ਕਿ ਮੇਰੇ 'ਚ ਆਪਦੇ 'ਚ ਤੁਹਾਡੇ 'ਚ ਕੋਈ ਇੱਕ ਡਿਫਰੈਂਸ ਆ ਗਿਆ? ਪਹਿਲਾਂ ਵਾਲਾ ਜਿਹੜਾ ਵੀਰਾ ਸੀਗਾ ਔਰ ਹੁਣ ਵਾਲਾ ਜਿਹੜਾ ਥੋੜਾ ਚੇਂਜ ਹੈਗਾ? ਸਰ ਅੰਗਰੇਜ਼ੀ ਥੋੜੀ ਜਿਹੀ ਉਹ ਅਟੈਕ ਜਿਹਾ ਕਰਾਉਂਦੀ ਆ, ਹੁੰਦਾ ਥੋੜਾ ਜਿਹਾ? ਬਹੁਤ ਵਧੀਆ ਸਰ। ਔਰ ਪਹਿਲਾਂ ਦੀ ਬੋਡੀ ਲੈਂਗੁਏਜ ਤੇ ਹੁਣ ਦੀ ਲੈਂਗੁਏਜ ਕਿੰਨਾ ਕੁ ਫਰਕ ਹੈਗਾ? ਬਹੁਤ ਸਾਲ ਬਹੁਤ ਡਿਫਰੈਂਟ ਫਰਕ ਆ। ਔਰ ਬੇਟਾ ਪੇਰੈਂਟਸ ਨੂੰ ਵੀ ਹੁਣ ਲੱਗ ਰਿਹਾ ਵੀ ਹਾਂ ਵਾਕਈ ਜਾਨ ਹੈਗੀ ਆ ਬੱਚੇ ਸਾਡੇ? ਯੈਸ ਸਰ। ਔਰ ਜਿਸ ਤਰੀਕੇ ਨਾਲ ਅੱਜ ਇੱਕ ਲੜਕੀ ਜਿਹੜੀ ਆ ਫਰੈਸ਼ ਵੀਜ਼ਾ ਲੱਗੇ ਵਾਲੀ ਆਈ ਆ ਕੈਨੇਡਾ ਦਾ, ਉਹਦੇ ਨਾਲ ਹੌਸਲਾ ਜਿਹਾ ਪੂਰਾ ਵੱਧਦਾ? ਯੈਸ ਸਰ, ਆਈ ਮੋਟੀਵੇਟਡ ਵੈਰੀ ਮੱਚ। ਬੇਟਾ ਕਿੱਦਾਂ ਲੱਗਦਾ ਪੜ੍ਹ ਕੇ ਇੱਥੇ? ਬਹੁਤ ਵਧੀਆ ਲੱਗਦਾ ਸਰ। ਬੇਟਾ ਮੈਥਡ ਕਿੱਦਾਂ ਦਾ? ਉਹ ਮਤਲਬ ਉਹ ਤਾਂ ਨਹੀਂ ਉਹ ਵੀ ਜਾਣੇ ਤੁਹਾਡੇ ਟੀਚਰਾਂ 'ਚ ਜਾਣ ਹੈਗੀ ਆ ਵੀ ਰੋਜ਼ ਤੁਹਾਨੂੰ ਨਵੀਂ ਤਰੀਕੇ ਦੇ ਨਾਲ ਪੜ੍ਹਾਉਂਦੇ ਆ? ਹਾਂਜੀ ਸਰ, ਨਿਊ
ਨਿਊ ਟ੍ਰਿਕਸ ਦਿੰਦੇ ਆ ਰੋਜ਼। ਤੁਸੀਂ ਕਰ ਰਹੇ ਹੋ ਬਹੁਤ ਵਧੀਆ। ਪੜ੍ਹਾਈ ਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਦੀ ਗੱਲ ਕਰ ਲਈਏ ਤਾਂ ਹੌਲੀ ਹੌਲੀ ਕਈ ਵਾਰੀ ਮਤਲਬ ਇੱਥੇ ਮਤਲਬ ਈਜ਼ੀ ਜੇ ਰਹਿੰਦੇ ਹੋ ਪੂਰਾ ਯੈਸ ਸਰ। ਤਰੀਕੇ ਨਾਲ ਕੋਈ ਚੀਜ਼ ਨਹੀਂ ਪਤਾ ਲੱਗਦੀ ਤਾਂ ਵੀ ਟੀਚਰਸ ਜਿਹੜੇ ਹੈਗੇ ਤੁਹਾਨੂੰ ਮਤਲਬ ਦੱਸਦੇ ਆ ਸਾਰਾ ਕੁਝ। ਵੈਰੀ ਹੈਲਪਫੁਲ। ਵੀਰੇ ਆ ਗਏ ਜਹਾਜ਼ ਨੇੜੇ ਆ ਗਈ। ਹੈ ਲੱਗ ਰਿਹਾ ਹਾਂਜੀ ਹਾਂਜੀ। ਜਾਨ ਜੀ ਪਈ ਆ ਹਾਂ ਬਾਈ ਕਿਵੇਂ ਪੜ੍ਹਾਈ ਇੱਥੇ ਵਧੀਆ ਠੀਕ ਮਹਿਸੂਸ ਕਰ ਰਹੇ ਹੋ ਬਾਈ ਕਿਵੇਂ ਆਕਸਫੋਰਡ 'ਚ ਵਧੀਆ ਹਾਂ ਬਾਈ ਵਧੀਆ ਜੀ। ਵਧੀਆ ਗੋਡਾ ਜਿਹਾ ਗੁੱਡ ਹੈ ਇਦਾਂ ਦਾ ਨੈਟਵਰਕ ਦੇ ਰਹੇ ਨੇ ਤੁਹਾਨੂੰ ਆਕਸਫੋਰਡ ਦੇ ਵਿੱਚ ਤੁਸੀਂ ਐਜ਼ ਏ ਟੀਚਰ ਇੱਥੇ ਸੇਵਾ ਕਰ ਰਹੇ ਹੋ ਕਿਵੇਂ ਜਿਹੜੇ ਇੱਥੋਂ ਦੇ ਕ੍ਰੀਏਟਰਸ ਨੇ ਇੱਥੋਂ ਦੇ ਜਿਹੜੇ ਐਮਡੀ ਸਰ ਨੇ ਕਿਵੇਂ ਉਹਨਾਂ ਦਾ ਮਾਈਂਡ ਹੈ ਸਰ ਅਕੋਰਡਿੰਗ ਟੂ ਮੀ ਆਲ ਇਜ਼ ਬੈਸਟ ਲਾਈਕ ਹਰ ਇੱਕ ਚੀਜ਼ ਵਧੀਆ ਪ੍ਰੋਵਾਈਡ ਕੀਤੀ ਜਾਂਦੀ ਹੈ ਸਟੂਡੈਂਟਸ ਨੂੰ ਲਾਈਕ ਹਰ ਇੱਕ ਫੈਸਿਲਿਟੀਜ਼ ਪ੍ਰੋਵਾਈਡ ਨੇਗੀਆਂ ਜੋ ਵੀ ਉਹਨਾਂ ਨੂੰ ਮੀਨਸ ਕੇ ਕਰਵਾਇਆ ਜਾਂਦਾ ਬੈਟਰ ਕਰਵਾਇਆ ਜਾਂਦਾ ਨਿਊ ਡੇਲੀ ਨਿਊ ਟਿਕਸ ਦਿੱਤੇ ਜਾਂਦੇ ਨੇ ਜੋ ਵੀ ਹੈਗਾ ਨਾ ਤੇ ਸੈਸ਼ਨ ਵਗੈਰਾ ਲਗਾਏ ਜਾਂਦੇ ਨੇਗੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਇਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਨੇਗੀਆਂ ਇੱਥੇ ਸਰ ਔਰ ਇੰਗਲਿਸ਼ ਸਪੀਕਿੰਗ ਦੇ ਵਿੱਚ ਜਿੱਦਾਂ ਧੀਰੇ ਧੀਰੇ ਇਹਨਾਂ ਦਾ ਜਿਹੜਾ ਹੱਥ ਹੈਗਾ ਸਾਫ਼ ਹੁੰਦਾ ਜਾਂਦਾ ਔਰ ਸਪੀਕਿੰਗ ਦੇ ਵਿੱਚ ਰਾਈਟਿੰਗ ਦੇ ਵਿੱਚ ਸਕਿੱਲਸ ਇਹਨਾਂ ਦੇ ਮਨ ਚ ਆ ਰਹੀ ਆ ਪਰਸਨੈਲਿਟੀ ਡਿਵੈਲਪਮੈਂਟ ਹੋ ਰਹੀ ਆ ਉਹ ਵੀ ਮਤਲਬ ਤੁਸੀਂ ਇੱਥੇ ਇਹਨਾਂ ਨੂੰ ਮਤਲਬ ਚੇਂਜ ਕਰ ਰਹੇ ਹੋ ਇਹਨਾਂ ਦੀ ਬੋਡੀ ਲੈਂਗੁਏਜ ਹਾਂਜੀ ਸਰ ਡੈਫੀਨੇਟਲੀ ਬਿਕਾਜ਼ ਬਹੁਤ ਜ਼ਿਆਦਾ ਜਿਹੜੇ ਟੀਚਰਸ ਨੇ ਐਕਸਪਰਟਸ ਨੇਗੇ ਸੋ ਲਾਈਕ ਅਬਾਊਟ 3-4 ਟੀਚਰਸ ਨੇ ਜਿਹੜੇ ਡੇਲੀ ਲਾਈਕ ਚੇਂਜ ਕਰਕੇ ਇਹਨਾਂ ਦੀ ਸੈਕਿੰਡ ਟਾਈਮ ਵੀ ਸਪੀਕਿੰਗ ਕਰਵਾਈ ਜਾਂਦੀ ਹੈ ਜਿਹਦੇ ਨਾਲ ਇਹਨਾਂ ਦਾ ਥੋੜ੍ਹਾ ਲੈਵਲ ਜਿਹੜੇ ਲੋ ਲੈਵਲ ਦੇ ਨੇ ਉਹਨਾਂ ਦਾ ਲੈਵਲ ਹਾਈ ਹੁੰਦਾ ਕਿਉਂਕਿ ਅਲੱਗ-ਅਲੱਗ ਉਹਨਾਂ ਨੂੰ ਜੋ ਵੀ ਹੈਗੇ ਨੇ ਵਿਊਜ਼ ਮਿਲ ਰਹੇ ਨੇ ਅਲੱਗ-ਅਲੱਗ ਟੀਚਰ ਤੋਂ Let's consider this point. As in the developed nations, least strict punishments are given. Developed nations such as Canada, Australia, America. All right. As in this IELTS center, you are not giving only reading, writing. Yes, definitely. ਔਰ ਜਿੱਦਾਂ ਤੁਸੀਂ ਇਹਨਾਂ ਦੇ ਬੂਸਟ ਕਰ ਰਹੇ ਹੋ ਹਰ ਚੀਜ਼ ਨੂੰ Obviously. ਕੀ ਕਹਿਣਾ ਚਾਹੋਗੇ ਕਿ ਕੱਲੀ IELTS ਜਿਹੜੀ ਹੈਗੀ ਆ ਉਹਦਾ ਸੁਮੇਲ ਹੀ ਨਹੀਂ ਹੈ ਕਿ ਰੀਡਿੰਗ ਔਰ ਰਾਈਟਿੰਗ ਦਾ ਹੈ ਉਹਦੇ ਨਾਲ ਜਿੱਦਾਂ ਇਹਨਾਂ ਦੀ ਹੁਣ ਦਿਮਾਗ ਦੀ ਗੱਲ ਜਿਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਕੁਐਸਚਨ ਕੀਤਾ ਔਰ ਉਹਨਾਂ ਨੇ ਦੱਸਿਆ ਡਿਵੈਲਪਡ ਨੇਸ਼ਨ ਕਿਹੜੇ ਹੈ ਜਿਹਦੇ ਦੇ ਵਿੱਚ ਕ੍ਰਾਈਮ ਦੇ ਜਦੋਂ ਕ੍ਰਾਈਮ ਕਰਦਾ ਬੰਦਾ ਤਾਂ ਸਟ੍ਰਿਕਟਨੈਸ ਜਿਹੜੀ ਹੈਗੀ ਉਹ ਕਿਸ ਤਰੀਕੇ ਦੇ ਨਾਲ ਫੋਲੋ ਕਰਦੇ ਹੈਗੇ ਕੀ ਕਹਿਣਾ ਚਾਹੋਗੇ I would say ਕਿ ਉਹ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਜਿੱਦਾਂ ਕੋਈ ਗਵਰਨਮੈਂਟ ਵੱਲੋਂ ਹੁੰਦਾ ਜਾਂ ਕੁਝ ਵੀ ਹੁੰਦਾ ਉਹ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਤੇ ਓਬੇ ਕੀਤਾ ਜਾਣਾ ਚਾਹੀਦਾ ਤਾਂ ਉਹ ਚੀਜ਼ ਸੌਰਟ ਆਊਟ ਹੋ ਸਕਦੀ ਹੈ ਮਤਲਬ ਤੁਸੀਂ ਇਕੱਲਾ ਇੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਇੱਕ ਮੋਟੀਵੇਸ਼ਨ ਵੀ ਦਿੰਦੇ ਹੋ ਇਸ ਆਬਵੀਅਸਲੀ ਬਿਕੋਜ਼ ਇਹ ਇਕੱਲਾ ਉਹ ਚੀਜ਼ ਇਕੱਲੀ ਚੀਜ਼ ਨਹੀਂ ਕਵਰ ਕਰ ਸਕਦੀ ਇਟ ਨੀਡਸ ਅ ਡੇਲੀ ਰਿਕੁਆਇਰਮੈਂਟ ਆਫ ਇਨਵੋਲਵਮੈਂਟ ਇਨ ਇੰਗਲਿਸ਼ ਐਂਡ ਕੀ ਕਹਿਣਾ ਚਾਹੋਗੇ ਕਿ ਜਿੱਦਾਂ 5 ਬੈਂਡ ਲੱਗੇ ਆਪਣੇ ਅੱਜ ਬੱਚੀ ਨੂੰ ਜਿਹਨੂੰ ਕੈਨੇਡਾ ਦਾ ਵੀਜ਼ਾ ਲੱਗਿਆ ਹੈਗਾ ਉਹ ਇੱਥੇ ਆਈ ਹੈ ਔਰ ਉਹਦੇ ਨਾਲ ਸਾਰਿਆਂ ਦੀ ਬੱਚਿਆਂ ਦੀ એનર્ਜੀ ਦੇ ਜਿਹੜੇ ਲੈਵਲ ਆ ਵੱਧਦੇ ਨੇ ਔਰ ਤੁਸੀਂ ਇੱਥੇ ਪਹਿਲਾਂ ਸਟੱਡੀ ਕਰਾਉਂਦੇ ਹੋ ਉਹ ਬੱਚੀ ਨੇ ਆਈਲੈਟਸ ਵੀ ਇੱਥੋਂ ਕੀਤੀ ਆਈਲੈਟਸ ਕਰਕੇ ਬੈਂਡ ਸਕੋਰ ਪ੍ਰਾਪਤ ਕੀਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਉਹਨੂੰ ਬਾਹਰ ਦਾ ਵੀਜ਼ਾ ਲੱਗ ਗਿਆ ਤੇ ਉਹਦੇ ਨਾਲ ਮਤਲਬ ਬੱਚਿਆਂ ਦੀ ਸਾਰਿਆਂ ਦੀ એનર્ਜੀ ਜਿਹੜੀ ਹੈਗੀ ਉਹ ਇੰਪਰੂਵ ਹੋ ਰਹੀ ਹੈ obviously ਇਹਦਾ ਬਹੁਤ ਜ਼ਿਆਦਾ ਇੰਪੈਕਟ ਹੁੰਦਾ ਜਿੱਦਾਂ ਉਹਨਾਂ ਨੂੰ ਪਤਾ ਲੱਗਦਾ ਵਾ ਕਿ ਇਹ ਚੀਜ਼ ਈਜ਼ੀਲੀ ਪੋਸੀਬਲ ਆ everyone can do it But how you're feeling at Oxford IELTS? Well, I'm feeling incredibly good because firstly I remember I had been suffering some problem regarding my speaking as well as my reading module, but after came the IELTS Institute I has found lots of improvement not only in my speaking even in the reading as well as. I feel very better after admission in the Oxford IELTS Institute because there are so many facilities are available there for regarding my study. ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਪਹਿਲਾਂ ਮੈਂ ਇੰਸਟੀਚਿਊਟ ਤੋਂ ਪੋਰਚੂਨ ਇੰਸਟੀਚਿਊਟ ਤੋਂ ਕੋਚਿੰਗ ਲਈ ਸੀਗੀ ਉੱਥੇ ਮੈਨੂੰ ਥੋੜਾ ਨਹੀਂ ਵਧੀਆ ਲੱਗਿਆ ਇੱਥੇ ਕਿ ਮੈਨੂੰ ਰਾਈਟਿੰਗ ਦੇ ਵਿੱਚ ਵੀ ਬਹੁਤ ਇੰਪਰੂਵਮੈਂਟ ਹੋ ਰਹੀ ਹੈਗੀ ਰੀਡਿੰਗ ਦੇ ਵਿੱਚ ਵੀ ਲਿਸਨਿੰਗ ਦੇ ਵਿੱਚ ਵੀ ਐਜ਼ ਵੈਲ ਐਜ਼ ਸਪੀਕਿੰਗ ਵਿੱਚ Yes, I feel very good by joining this institute because I had improved a lot. The teachers are very cooperative. Moreover, they always provide solutions for the problems of the students. ਭਾਈ ਕਿੱਦਾਂ ਲੱਗਦਾ ਪੜ੍ਹ ਕੇ ਇੱਥੇ ਵੀਰੇ ਕਿੱਦਾਂ ਲੱਗਦਾ ਪੜ੍ਹ ਕੇ ਇੱਥੇ ਪੜ੍ਹ ਕੇ ਸਰ ਬਹੁਤ ਵਧੀਆ ਲੱਗਦਾ ਵਾ ਕਿਉਂਕਿ ਇੱਥੇ ਸਾਰੇ ਟੀਚਰ ਸਾਰ ਨੂੰ ਮੋਟੀਵੇਟ ਕਰਦੇ ਤੇ ਕਹਿੰਦੇ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਹੈਗੀ ਕਿਹੜੇ ਮਰਜ਼ੀ ਟਾਈਮ ਸਾਡੇ ਕੋਲ ਆਓ ਤੇ ਜਦੋਂ ਮਰਜ਼ੀ ਸਾਡੇ ਸੋਲੂਸ਼ਨ ਲੈ ਕੇ ਜਾਓ ਪਹਿਲਾਂ ਜਿੱਦਾਂ ਸੀਗਾ ਤੁਹਾਨੂੰ ਜਦੋਂ ਸਟਾਰਟਿੰਗ ਕਰਨਾ ਸੀਗਾ ਆਈਲੈਟਸ ਥੋੜਾ ਲੱਗਦਾ ਸੀਗਾ ਪਤਾ ਨਹੀਂ ਆਈਲੈਟਸ ਕੀ ਹੋਣਗੇ ਹੁਣ ਲੱਗਦਾ ਵੀ ਇਹ ਤਾਂ ਬੜੇ ਸਵਾਦ ਵਾਲੀ ਚੀਜ਼ ਆ ਮਜ਼ਾ ਆਉਂਦਾ ਪੜ੍ਹ ਕੇ ਹਾਂਜੀ ਉੱਦਾਂ ਲੱਗਦਾ ਤਾਂ ਸੌਖਾ ਹੀ ਆ ਕਿਉਂਕਿ ਟੀਚਰ ਬਹੁਤ ਕੋਆਪਰੇਟਿਵ ਆ ਤੇ ਉੱਦਾਂ ਵੀ ਇਹ ਸਾਰ ਨੂੰ ਮੋਟੀਵੇਟ ਕਰਦੇ ਵੀ ਹੋ ਜਾਣੀ ਆ ਇੰਨਾ ਟਾਈਮ ਲਾਓ ਤੁਹਾਡੇ ਇੰਨੇ 'ਚ ਸਾਰਾ ਪ੍ਰਪੇਅਰ ਹੋ ਜਾਊਗਾ ਵਧੀਆ ਮੋਟੀਵੇਟ ਕਰਦੇ ਵੀਰੇ ਕਿਵੇਂ ਲੱਗਦਾ ਪੜ੍ਹ ਕੇ
ਕਿਵੇਂ ਲੱਗਦਾ ਪੜ੍ਹ ਕੇ? ਵਧੀਆ ਲੱਗ ਰਿਹਾ। ਔਰ ਲੱਗ ਰਿਹਾ ਵੀ ਹੌਲੀ ਹੌਲੀ ਜਿੱਦਾਂ ਪਹਿਲਾਂ ਇੰਗਲਿਸ਼ ਦੇ ਅਖਬਾਰ ਸੀ ਪਾਸੇ ਜੇ ਪਏ ਹੁੰਦੇ ਸੀ ਹੁਣ ਥੋੜੇ ਨੇੜੇ ਆਉਣ ਨੂੰ ਜੀ ਕਰਦਾ ਵੀ ਆ। ਹਾਂਜੀ ਹਾਂਜੀ ਬਿਲਕੁਲ। ਕਮੈਂਟਰੀ ਇੰਗਲਿਸ਼ ਦੀ ਹੁੰਦੀ ਸੀਗੀ ਉਦੋਂ ਆਪਾਂ ਕਹਿੰਦੇ ਚੱਲ ਬਦਲ ਦਿਓ ਚੈਨਲ ਬਦਲ ਦਿਓ, ਹੁਣ ਜੀ ਕਰਦਾ ਵੀ ਉਹ ਚੈਨਲ ਤੇ ਆਈਏ। ਹਾਂਜੀ ਇੰਟਰਸਟਿੰਗ ਲੱਗ ਰਹੀ ਹੈ। ਹਾਂਜੀ ਸਿਕਿਉਰਿਟੀ ਦੇ ਮਤਲਬ ਰੂਲਸ ਸਟ੍ਰਿਕਟ ਹੈਗੇ ਨੇ ਇੱਥੇ, ਕੋਈ ਵੀ ਮਤਲਬ ਆਪਦੇ ਸਾਰੇ ਡਿਸਪਲਿਨ ਦੇ ਵਿੱਚ ਰਹਿੰਦੇ ਆ, ਕੈਮਰੇਜ਼ ਲੱਗੇ ਕਰਕੇ ਤਾਂ ਕਰਕੇ। ਮੈਡਮ ਜਦੋਂ ਅੱਜ ਇੱਕ ਬੇਟੀ ਜਿਹੜੀ ਵੀਜ਼ਾ ਲਗਾ ਕੇ ਆਈ, ਤੁਹਾਡਾ ਉਹ ਸੁਪਨਾ ਸਾਕਾਰ ਹੋਇਆ ਔਰ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਜਿਹੜੀ ਕਰ ਰਹੇ ਹੋ, ਬਹੁਤ ਸਾਰੇ ਵੀਜ਼ਾਸ ਲੱਗ ਚੁੱਕੇ ਨੇ ਲੇਕਿਨ ਪ੍ਰੈਜ਼ੈਂਟਲੀ ਜਿਹੜਾ ਹੈਗਾ ਵੀਜ਼ਾ ਲੱਗਿਆ ਔਰ ਉਹਦੇ ਪੇਰੈਂਟਸ ਵੀ ਖੁਸ਼ ਨੇ। ਇਹ ਤੁਹਾਡਾ ਦਿਨ ਰਾਤ ਦੀ ਮਿਹਨਤ ਦਾ ਨਤੀਜਾ, ਕੀ ਕਹਿਣਾ ਚਾਹੋਗੇ? ਸਰ ਪਹਿਲੇ ਤਾਂ ਇਹ ਸਿਰਫ ਸਾਡੀ ਐਫਰਟਸ ਨਹੀਂ ਹੈ, ਸਾਡੇ ਐਮਡੀ ਸਰ ਇੱਕ ਸਾਡੇ ਗਾਈਡ ਹੈ, ਮੈਂਟਰ ਆ, ਫਿਲੋਸਫਰ ਆ, ਉਹਨਾਂ ਦੀ ਜਿਹੜੀ ਸੀਜ਼ਨ ਗਾਈਡੈਂਸ ਆ ਉਹਦੇ ਅੰਡਰ ਹੀ ਆਪਾਂ ਸਾਰੀ ਫੈਕਲਟੀ ਐਜ਼ ਅ ਟੀਮ ਵਰਕ ਕਰਦੀ ਹੈ, ਜਿਹਦੇ ਨਾਲ ਆਪਾਂ ਸਟੂਡੈਂਟਸ ਨੂੰ ਮੋਟੀਵੇਟ ਕਰਕੇ ਆਪਾਂ ਉਸ ਸਕਸੈਸ ਨੂੰ ਅਚੀਵ ਕਰ ਸਕਦੇ ਹਾਂ। ਮੈਡਮ ਆਪਾਂ ਆਈਲੈਟਸ ਦੀ ਗੱਲ ਕਰੀਏ ਤਾਂ ਆਈਲੈਟਸ ਦੇ ਵਿੱਚ ਚਾਰੇ ਮੋਡਿਊਲਸ ਦੇ ਨਾਲ ਨਾਲ ਪਰਸਨੈਲਿਟੀ ਡਿਵੈਲਪਮੈਂਟ ਔਰ ਉਹਨਾਂ ਨੂੰ ਬੇਸਿਕ ਨੌਲੇਜ, ਜਨਰਲ ਨੌਲੇਜ ਜਿਹੜੀ ਹੈਗੀ ਆ, ਔਰ ਇੰਟਰਵਿਊ 'ਚ ਕਿੱਦਾਂ ਤੁਸੀਂ ਬੈਠਣਾ ਹੈਗਾ, ਔਰ ਇੰਟਰਵਿਊ ਕਿੱਦਾਂ ਕਰਨੀ ਹੈਗੀ ਹੈ, ਹਰ ਚੀਜ਼ ਤੋਂ ਪਰਿਪੱਕ ਤੁਸੀਂ ਕਰਵਾ ਦਿੰਦੇ ਹੋ। ਔਰ ਇੱਥੇ ਨੈਟਵਰਕ ਇੱਥੇ ਨਾਲ ਦੀ ਨਾਲ ਆਈਲੈਟਸ ਕਰਾਉਂਦੇ ਹੋ ਔਰ ਨਾਲ ਦੀ ਨਾਲ ਉਹਨਾਂ ਨੂੰ ਸਟੂਡੈਂਟ ਵੀਜ਼ਾ ਦੇ ਲਈ ਗਾਈਡ ਕਰਦੇ ਹੋ, ਸਟੂਡੈਂਟ ਵੀਜ਼ਾ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਹੋ, ਕੀ ਕਹਿਣਾ ਚਾਹੋ? I will just say that this is an IELTS institute, no doubt. In the ਨਾਮ IELTS institute ਹੈ, ਬਟ ਇੰਗਲਿਸ਼ ਇੱਕ ਟਰਮ ਹੁੰਦਾ, ਪਨੀਸ਼ੀਆ ਹੁੰਦਾ ਇੱਕ ਟਰਮ, ਜਿਹਦਾ ਮੀਨਿੰਗ ਹੁੰਦਾ ਇਹ ਡਿਜ਼ੀਜ਼, ਸਾਰੀਆਂ ਡਿਜ਼ੀਜ਼ਸ ਇੱਕ ਹੀ ਦਵਾਈ। ਸੋ ਮੈਂ ਇਹੀ ਕਹਾਂਗੀ ਕਿ ਆਕਸਫੋਰਡ ਇੰਸਟੀਟਿਊਟ ਪੱਖੋਵਾਲ ਵਿੱਚ ਮੈਂ it is almost 2 years I have been with this institute and I have liked my stay and this is a panacea for it, ਮਤਲਬ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਦੀ ਦਵਾਈ ਇਸ ਇੰਸਟੀਟਿਊਟ ਕੋਲ ਹੈਗੀ ਹੈ, ਤਾਂ we feel very happy about it. As far as filing is concerned, as well as teaching is concerned, as well as personality development is concerned, you say that this is a blend, ਹਰ ਚੀਜ਼ ਇਹਦੇ ਵਿੱਚ ਹੀ ਮਤਲਬ ਪਾਈ ਜਾਂਦੀ ਹੈ। ਹਾਂਜੀ, ਇਹ ਜਿੱਦਾਂ ਵਨ ਸਟਾਪ ਸ਼ਾਪ ਹੁੰਦੀ ਹੈ ਤੇ ਹਜੇ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਇਹਦੇ 'ਚ ਟਿਕਟਿੰਗ ਵੀ ਹੋਣੀ ਚਾਹੀਦੀ ਹੈ, ਜਿੱਦਾਂ ਮਤਲਬ ਇੱਕ ਅਗਰ ਬੱਚਾ ਆਇਆ ਤੇ ਉਹ ਜਦ ਤੱਕ ਜਹਾਜ਼ ਚੜ੍ਹਦਾ ਨਹੀਂ ਤੇ ਪੜ੍ਹਾਈ ਹੁੰਦੀ ਸ਼ੁਰੂ ਨਹੀਂ ਹੁੰਦੀ, ਇੰਨੀਆਂ ਫੈਸਿਲਿਟੀਜ਼ ਹੋਰ ਐਡ ਅਪ ਅਸੀਂ ਕਰਨਾ ਚਾਹੁੰਦੇ ਹਾਂ ਤੇ ਹੈਗੀਆਂ ਵੀ ਸਾਡੇ ਕੋਲ ਵਾਲੀਆਂ ਫੈਸਿਲਿਟੀਜ਼, ਤੇ ਆਈ ਫੀਲ ਵੈਰੀ ਪ੍ਰਾਊਡ ਦੈਟ ਇਟ ਇਜ਼ ਅ ਵਨ ਸਟਾਪ ਸ਼ਾਪ and it's all due to the combined efforts of the management and the faculty. ਮੈਡਮ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ? ਅੱਜ ਹਰ ਇੱਕ ਬੱਚਾ ਬਾਹਰ ਜਾਣਾ ਚਾਹੁੰਦਾ, ਅਗਰ ਉਹ ਇਸ ਏਰੀਆ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਅਗਰ ਆਈਲੈਟਸ ਕਰਨੀ ਆ, ਅੱਛੇ ਇੰਸਟੀਟਿਊਸ਼ਨ ਨੂੰ ਜੁਆਇਨ ਕਰਨਾ, ਔਰ ਹੋਰ ਵੀ ਬੱਚੇ ਜਿਹੜੇ ਆਈਲੈਟਸ ਕਿਸੇ ਹੋਰ ਇੰਸਟੀਟਿਊਸ਼ਨਾਂ ਤੋਂ ਵੀ ਕਰਕੇ ਆਏ ਆ, ਕਿ ਇਸ ਇੰਸਟੀਟਿਊਸ਼ਨ ਦੇ ਵਿੱਚ ਵੀਜ਼ਾਸ ਦੇ ਲਈ ਬਹੁਤ ਵਧੀਆ ਗਾਈਡੈਂਸ ਹੈਗੀ ਹੈ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਮੈਂ ਫਸਟ ਆਫ ਆਲ ਇਹ ਕਹਾਂਗੀ ਕਿ ਗੋਡ ਹੈਜ਼ ਮੇਡ ਐਵਰੀਬਡੀ ਇਕੁਅਲ, ਹਰ ਇੱਕ ਦੇ ਕੋਲ ਬ੍ਰੇਨ ਹੈਗਾ, ਸਿਰਫ ਇੰਸਟੀਟਿਊਟ ਔਰ ਟ੍ਰੇਨਰਸ ਦਾ ਸਿਰਫ ਇੱਥੇ ਐਫਰਟ ਹੁੰਦਾ ਹੈ ਕਿ ਆਪਾਂ ਉਸ ਬ੍ਰੇਨ ਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ। ਸੋ ਵੀ ਮੇਕ ਐਨ ਐਫਰਟ ਟੂ ਹੈਲਪ ਦ ਸਟੂਡੈਂਟ, every student to utilize their capabilities and skills in the fine manner, and from the education till the visa we are working very hard on it, and I will give a message to everyone that everyone is capable of achieving the success because God has created everyone with a wonderful mindset. Thank you, madam.